Good morning, students. Trained Tourism and Hospitality, Class 11th, 2-year pattern. Your role Customer Service Executive, Meet and Greet. Unit 3. Topic Prepare for providing meet and greet services. ਭਾਵ ਕਿ ਜਦੋਂ ਇੱਕ ਮਹਿਮਾਨ ਕਿਸੇ ਹੋਟਲ ਜਾਂ ਰੈਸਟੋਰੈਂਟ ਵਿੱਚ ਜਾਂਦਾ ਹੈ ਤਾਂ ਉਸ ਨੂੰ ਕਿਸ ਤਰੀਕੇ ਦੇ ਨਾਲ ਮਿਲਣਾ ਹੈ, ਕਿਵੇਂ ਉਸ ਦਾ ਸਵਾਗਤ ਕਰਨਾ ਹੈ, ਉਹਦੇ ਵਾਸਤੇ ਤਿਆਰੀ ਕਿਸ ਤਰੀਕੇ ਦੇ ਨਾਲ ਅਸੀਂ ਕਰਨੀ ਹੈ। ਅੱਜ ਅਸੀਂ ਇਸ ਟੌਪਿਕ ਬਾਰੇ ਬੜੇ ਹੀ ਵਿਸਤਾਰਪੂਰਵਕ ਚਰਚਾ ਕਰਾਂਗੇ। ਹਾਊ ਡੂ ਯੂ ਪ੍ਰਪੇਅਰ ਫॉर ਅ ਮੀਟ ਐਂਡ ਗ੍ਰੀਟ। ਕਿਸ ਤਰੀਕੇ ਦੇ ਨਾਲ ਤਿਆਰੀ ਕਰਨੀ ਚਾਹੀਦੀ ਹੈ ਜਦੋਂ ਤੁਸੀਂ ਕਸਟਮਰ ਨੂੰ ਮਿਲਦੇ ਹੋ, ਉਸ ਦਾ ਸਵਾਗਤ ਕਰਦੇ ਹੋ। ਦਿਮਾਗ ਵਿੱਚ ਹਮੇਸ਼ਾ ਇੱਕ ਟੀਚਾ ਰੱਖਣਾ ਚਾਹੀਦਾ ਹੈ। ਗੱਲਬਾਤ ਕਰਨ ਦੇ ਨੁਕਤੇ ਸਭ ਤੋਂ ਪਹਿਲਾਂ ਤਿਆਰ ਕਰਨੇ ਚਾਹੀਦੇ ਹਨ। ਲੈਪਟਾਪ, ਟੇਬਲੇਟ, ਕਾਗਜ਼, ਪੈਨ, ਵੌਇਸ ਮੀਮੋ ਐਪ ਜਿਸ ਦੀ ਹੈਲਪ ਨਾਲ ਤੁਸੀਂ ਨੋਟ ਲੈ ਸਕਦੇ ਹੋ। ਨੈਟਵਰਕਿੰਗ ਦੋ ਪਾਸਿਆਂ ਦੀ ਕੜੀ ਹੈ। ਇਸ ਦਾ ਮਕਸਦ ਆਪਸੀ ਸਬੰਧਾਂ ਦਾ ਵਿਕਾਸ ਕਰਨਾ ਹੋਣਾ ਚਾਹੀਦਾ ਹੈ। ਇਸ ਦੀ ਵਰਤੋਂ ਨਾਲ ਸਲਾਹ, ਸੁਝਾਅ ਅਤੇ ਫੀਡਬੈਕ ਵਿੱਚ ਹੈਲਪ ਪ੍ਰਾਪਤ ਹੋਵੇਗੀ। ਗੈਸਟ ਦਾ ਸਵਾਗਤ ਕਰਨਾ ਵੀ ਇੱਕ ਕਲਾ ਹੈ। ਗੈਸਟ ਨੂੰ ਮਿਲਣ 'ਤੇ ਸਮਾਈਲ ਨਾਲ ਉਸ ਦਾ ਵੈਲਕਮ ਕਰੋ। ਹੈਲੋ, ਵੈਲਕਮ, ਗੁੱਡ ਮਾਰਨਿੰਗ, ਗੁੱਡ ਆਫਟਰਨੂਨ ਵਰਗੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਆਪਣੇ ਸੰਚਾਰ ਨੂੰ ਪੇਸ਼ੇਵਰ ਪਰ ਵਿਅਕਤੀਗਤ ਰੱਖਦੇ ਹੋਏ ਨਾਮ ਨਾਲ ਇੰਟਰੋਡਿਊਸ ਕਰਾਓ, ਜਿਵੇਂ ਗ੍ਰੀਟ ਟੂ ਮੀਟ ਯੂ, ਆਈ ਐਮ ਰਾਹੁਲ, ਭਾਵ ਤੁਹਾਨੂੰ ਮਿਲ ਕੇ ਚੰਗਾ ਲੱਗਿਆ, ਮੈਂ ਰਾਹੁਲ ਹਾਂ। ਮੀਟ ਐਂਡ ਗ੍ਰੀਟ ਤੁਹਾਡੇ ਔਨ ਬੋਰਡਿੰਗ ਪ੍ਰੋਗਰਾਮ ਵਿੱਚ ਵਾਧਾ ਹੈ। ਸਵੇਰ ਦਾ ਨਮਸਕਾਰ, ਦੁਪਹਿਰ ਦਾ ਚੈੱਕ ਇਨ ਅਤੇ ਦਿਨ ਦੇ ਅੰਤ ਵਿੱਚ ਵਿਸ਼, ਇਹ ਤਿੰਨੇ ਬਹੁਤ ਜ਼ਰੂਰੀ ਹਨ। ਰਸਮੀ ਤੌਰ 'ਤੇ ਸਵਾਗਤ ਕਰਨਾ। ਵਿਸ਼ ਕਰਨ ਤੋਂ ਬਾਅਦ ਹਾਊ ਡੂ ਯੂ ਡੂ, ਇਟ ਇਜ਼ ਨਾਈਸ ਟੂ ਮੀਟ ਯੂ, ਇਟ ਇਜ਼ ਏ ਪਲੇਜ਼ਰ ਟੂ ਮੀਟ ਯੂ ਆਦਿ ਵਰਗੇ ਸੰਬੋਧਨੀ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਕਸਟਮਰ ਉੱਪਰ ਬਹੁਤ ਵਧੀਆ ਅਸਰ ਹੁੰਦਾ ਹੈ। ਮੀਟ ਐਂਡ ਗ੍ਰੀਟ ਪ੍ਰਾਹੁਣਾਚਾਰੀ ਸੇਵਾਵਾਂ ਮਾਹਿਰ ਪੇਸ਼ੇਵਰਾਂ ਦੇ ਸਮੂਹ ਦੁਆਰਾ ਸਥਾਪਿਤ ਕੀਤੀਆਂ ਗਈਆਂ ਹਨ, ਜੋ ਪੇਸ਼ੇਵਰ, ਸਿੱਖਿਅਤ ਅਤੇ ਯੋਗ ਕਰਮਚਾਰੀਆਂ ਨਾਲ ਮੁਕੰਮਲ ਹੁੰਦੀਆਂ ਹਨ। ਇਹ ਇਮਾਨਦਾਰੀ, ਪਾਰਦਰਸ਼ਤਾ ਅਤੇ ਉੱਤਮਤਾ ਨੂੰ ਯਕੀਨੀ ਬਣਾਉਣ ਵਿੱਚ ਹੈਲਪ ਕਰਦੇ ਹਨ। ਕਲਾਇੰਟ ਦੇ ਉਦੇਸ਼ ਨੂੰ ਸਮਝਣਾ ਅਤੇ ਕਾਰਜਾਂ ਦਾ ਢਾਂਚਾ ਸਮਾਂ ਤੈਅ ਕਰਕੇ ਇਸ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਨਵੇਂ ਪ੍ਰੋਜੈਕਟਾਂ ਦੀ ਸਥਾਪਨਾ ਕੀਤੀ ਜਾਣੀ ਚਾਹੀਦੀ ਹੈ। ਸਟਾਫ ਨੂੰ ਸਮੇਂ-ਸਮੇਂ ਸਿਖਲਾਈ ਦੇਣੀ ਯਕੀਨੀ ਬਣਾਉਣੀ ਚਾਹੀਦੀ ਹੈ। ਮਲਟੀ ਪ੍ਰੋਜੈਕਟ ਆਪਰੇਸ਼ਨ ਪ੍ਰਬੰਧਨ ਲਾਗੂ ਕਰਨਾ ਚਾਹੀਦਾ ਹੈ। ਗੈਸਟ ਨੂੰ ਸੰਤੁਸ਼ਟ ਕਰਨ ਦੀ ਕਲਾ ਕਰਮਚਾਰੀਆਂ ਵਿੱਚ ਹੋਣੀ ਚਾਹੀਦੀ ਹੈ। 5 ਸਟਾਰ ਹੋਟਲ ਪ੍ਰੋਜੈਕਟਾਂ ਦੀ ਸੇਵਾ ਮੁਹੱਈਆ ਕਰਾਉਣੀ ਚਾਹੀਦੀ ਹੈ। ਮਹਿਮਾਨਾਂ ਦਾ ਸਵਾਗਤ ਜੋਸ਼ੀਲੇ ਢੰਗ ਨਾਲ ਕਰਨਾ ਚਾਹੀਦਾ ਹੈ। ਸਭ ਤੋਂ ਮਹੱਤਵਪੂਰਨ ਪਹਿਲਾ ਪ੍ਰਭਾਵ ਹੁੰਦਾ ਹੈ। ਮਹਿਮਾਨ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਕਰਮਚਾਰੀ ਕਮਿਊਨੀਕੇਸ਼ਨ ਸਕਿੱਲ ਵਿੱਚ ਮਹੱਤਵਪੂਰਨ ਹੋਣੇ ਚਾਹੀਦੇ ਹਨ। ਉਹਨਾਂ ਨੂੰ ਸੁਸ਼ੀਲ ਅਤੇ ਦੋਸਤਾਨਾ ਸਲੂਕ ਰਾਹੀਂ ਸਵਾਗਤ ਕਰਨਾ ਚਾਹੀਦਾ ਹੈ। ਮਹਿਮਾਨਾਂ ਨੂੰ ਸ਼ੁਭਕਾਮਨਾਵਾਂ ਦੇਣੀਆਂ ਚਾਹੀਦੀਆਂ ਹਨ। ਇਸ ਨਾਲ ਗੈਸਟ ਉੱਪਰ ਪੋਜ਼ੀਟਿਵ ਅਸਰ ਪੈਂਦਾ ਹੈ। ਉਸ ਨੂੰ ਹੋਟਲ ਵਿੱਚ ਆਉਣ 'ਤੇ ਚੰਗਾ ਮਹਿਸੂਸ ਹੁੰਦਾ ਹੈ। ਕਰਮਚਾਰੀ ਨੂੰ ਗੈਸਟ ਦਾ ਵਧੀਆ ਢੰਗ ਨਾਲ ਸਵਾਗਤ ਕਰਨ ਦਾ ਇੱਕ ਅਹਿਮ ਮੌਕਾ ਮਿਲਦਾ ਹੈ। ਰਜਿਸਟ੍ਰੇਸ਼ਨ ਪ੍ਰਕਿਰਿਆ ਲਈ ਮਹਿਮਾਨ ਬਾਰੇ ਲੋੜੀਂਦੀ ਜਾਣਕਾਰੀ ਹਾਸਲ ਕਰਨੀ ਚਾਹੀਦੀ ਹੈ, ਜਿਵੇਂ ਕਿ ਪਹੁੰਚਣ ਦੀ ਮਿਤੀ, ਨਾਮ, ਰਾਸ਼ਟਰੀਅਤਾ, ਕਿੱਤਾ, ਮੁਲਾਕਾਤ ਦਾ ਉਦੇਸ਼,
ਤਾਂ ਜੋ ਵਧੇਰੇ ਪ੍ਰਭਾਵਸ਼ਾਲੀ ਅਤੇ ਤਸੱਲੀ ਬਖਸ਼ ਸੇਵਾ ਦਿੱਤੀ ਜਾ ਸਕੇ। ਮਹਿਮਾਨ ਨੂੰ ਉਸ ਦੀ ਲੋੜ ਅਨੁਸਾਰ ਸਹੀ ਕਮਰਾ ਦੇਣਾ, ਉਚਿਤ ਸੇਵਾਵਾਂ ਦੇਣੀਆਂ ਚਾਹੀਦੀਆਂ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ ਉਸ ਸਮੇਂ ਹੁੰਦੀ ਹੈ ਜਦੋਂ ਮਹਿਮਾਨ ਰਿਸੈਪਸ਼ਨ ਕਾਊਂਟਰ 'ਤੇ ਪਹੁੰਚਦਾ ਹੈ, ਜਦੋਂ ਦਸਤਾਵੇਜ਼ 'ਤੇ ਦਸਤਖਤ ਕਰਦਾ ਹੈ। ਗੈਸਟ ਨੂੰ ਮਿਲਣ ਲਈ ਤਿਆਰੀ। ਸਭ ਤੋਂ ਪਹਿਲਾ ਪੁਆਇੰਟ ਆਉਂਦਾ ਹੈ ਡਿਊਟੀ ਰੋਸਟਰ। ਚੰਗੀ ਯੋਜਨਾਬੰਦੀ ਡਿਊਟੀ ਰੋਸਟਰ ਕਰਮਚਾਰੀ ਦੀ ਸੰਤੁਸ਼ਟੀ ਲਈ ਮਹੱਤਵਪੂਰਨ ਕੁੰਜੀ ਹੈ। ਹੋਟਲ ਵਿੱਚ ਹਰ ਡਿਪਾਰਟਮੈਂਟ ਇੱਕ ਵਰਕ ਸ਼ਿਫਟ ਜਾਂ ਡਿਊਟੀ ਰੋਸਟਰ ਸੰਭਾਲਦਾ ਹੈ। ਉਹ ਖਾਸ ਵਿਭਾਗ ਵਿੱਚ ਕਰਮਚਾਰੀਆਂ ਲਈ ਖਾਸ ਕੰਮ ਦਾ ਵਰਣਨ ਕਰਦਾ ਹੈ। ਇਹ ਤਬਦੀਲੀਆਂ ਵੱਖਰੀਆਂ ਹੋ ਸਕਦੀਆਂ ਹਨ ਅਤੇ ਉੱਚ ਵਪਾਰਿਕ ਦਿਨਾਂ ਵਿੱਚ ਬਦਲੀਆਂ ਜਾ ਸਕਦੀਆਂ ਹਨ। ਇਸ ਨਾਲ ਸਟਾਫ ਨੂੰ ਨੈਕਸਟ ਵੀਕ ਜਾਂ ਨੈਕਸਟ ਮੰਥ ਦੇ ਕੰਮ ਦੇ ਕਾਰਜਕ੍ਰਮ ਬਾਰੇ ਨੋਟ ਕਰਨ ਲਈ ਕਾਫੀ ਸਮਾਂ ਮਿਲ ਜਾਂਦਾ ਹੈ, ਜਿਵੇਂ ਕਿ ਸਵੇਰ ਦਾ ਸਮਾਂ ਸਵੇਰੇ 7 ਤੋਂ ਸ਼ਾਮ 3 ਵਜੇ ਤੱਕ, 3 ਤੋਂ ਰਾਤ 11 ਵਜੇ ਤੱਕ, ਰਾਤ 11 ਵਜੇ ਤੋਂ 7 ਵਜੇ ਤੱਕ। ਆਮ ਦਿਨਾਂ ਵਿੱਚ ਸਵੇਰੇ 9 ਤੋਂ ਰਾਤ 6 ਵਜੇ ਤੱਕ ਅਤੇ ਬ੍ਰੇਕ ਸ਼ਿਫਟ ਵਿੱਚ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਅਤੇ ਸ਼ਾਮ 6 ਵਜੇ ਤੋਂ ਰਾਤ 11 ਵਜੇ ਤੱਕ ਦਾ ਸਮਾਂ ਨਿਰਧਾਰਿਤ ਕੀਤਾ ਜਾਂਦਾ ਹੈ। ਡਿਪਾਰਟਮੈਂਟ ਲਈ ਡਿਊਟੀ ਰੋਸਟਰ ਆਮ ਤੌਰ 'ਤੇ ਸੁਪਰਵਾਈਜ਼ਰ ਤਿਆਰ ਕਰਦੇ ਹਨ। ਇਹ ਵਿਭਾਗਾਂ ਦੇ ਮੁਖੀ ਜਾਂ ਪ੍ਰਬੰਧਕਾਂ ਦੁਆਰਾ ਅਧਿਕਾਰਿਤ ਹੁੰਦੇ ਹਨ। ਇੱਕ ਵਾਰ ਮਨਜ਼ੂਰ ਡਿਊਟੀ ਰੋਸਟਰਾਂ ਨੂੰ ਹਰੇਕ ਵਿਭਾਗ ਦੇ ਨੋਟਿਸ ਬੋਰਡ 'ਤੇ ਰੱਖਿਆ ਜਾਂਦਾ ਹੈ ਅਤੇ ਕਰਮਚਾਰੀਆਂ ਦਾ ਇਹਨਾਂ ਨੂੰ ਮੰਨਣਾ ਲਾਜ਼ਮੀ ਹੁੰਦਾ ਹੈ। ਹੌਸਪਿਟੈਲਿਟੀ ਇੰਡਸਟਰੀ ਵਿੱਚ ਰੋਸਟਰ ਦੀ ਇੰਪੋਰਟੈਂਸ ਬਹੁਤ ਹੁੰਦੀ ਹੈ। ਰੋਸਟਰ ਮੈਨੇਜਰਾਂ ਨੂੰ ਦਿਨ ਦੀਆਂ ਸ਼ਿਫਟਾਂ, ਮਿਡ ਸ਼ਿਫਟਾਂ ਅਤੇ ਰਾਤ ਦੀਆਂ ਸ਼ਿਫਟਾਂ ਲਈ ਸਮਾਂ ਤੈਅ ਕਰਨ ਦੀ ਆਗਿਆ ਦਿੰਦੇ ਹਨ। ਸਟਾਫ ਨੂੰ ਵੱਖ-ਵੱਖ ਸ਼ਿਫਟਾਂ ਵਿੱਚ ਵੰਡਿਆ ਜਾਂਦਾ ਹੈ। ਸਿਖਲਾਈ ਦਾ ਏਕੀਕਰਨ ਕੀਤਾ ਜਾਂਦਾ ਹੈ। ਹੌਸਪਿਟੈਲਿਟੀ ਇੰਡਸਟਰੀ ਵਿੱਚ ਟ੍ਰੇਨਰ ਅਤੇ ਜਨਰਲ ਮੈਨੇਜਰ ਮੁੱਖ ਤੌਰ 'ਤੇ ਦਿਨ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ। ਸਹਾਇਕ ਮੈਨੇਜਰ ਰਾਤ ਦੀ ਸ਼ਿਫਟ ਵਿੱਚ ਕੰਮ ਕਰਦੇ ਹਨ। ਕਰਮਚਾਰੀ ਦੀ ਬਹੁਪੱਖੀਅਤਾ ਸ਼ਖਸੀਅਤ ਹੁੰਦੀ ਹੈ। ਇੱਕ ਰੈਸਟੋਰੈਂਟ ਖੋਲ੍ਹਣ ਵਾਲੇ ਕਰਮਚਾਰੀਆਂ ਨੂੰ ਖਾਣਾ ਤਿਆਰ ਕਰਨ ਅਤੇ ਸਰਵ ਕਰਨਾ ਲਾਜ਼ਮੀ ਹੁੰਦਾ ਹੈ। ਰੈਸਟੋਰੈਂਟ ਨੂੰ ਬੰਦ ਕਰਨ ਵੇਲੇ ਕਰਮਚਾਰੀਆਂ ਨੂੰ ਭੋਜਨ ਨੂੰ ਹਟਾਉਣਾ, ਸਟੋਰ ਕਰਨਾ, ਉਪਕਰਨ ਸਾਫ਼ ਕਰਨਾ ਆਦਿ ਲਾਜ਼ਮੀ ਹੁੰਦਾ ਹੈ। ਹੋਟਲ ਮੈਨੇਜਰ ਕਰਮਚਾਰੀਆਂ ਨੂੰ ਉਹਨਾਂ ਦੀ ਮਰਜ਼ੀ ਮੁਤਾਬਕ ਓਵਰਟਾਈਮ ਦਾ ਸਮਾਂ ਵੀ ਦੇ ਸਕਦਾ ਹੈ। ਅਗਲਾ ਪੁਆਇੰਟ ਹੈ ਜੀ ਸੰਚਾਰ ਦੀ ਇੰਪੋਰਟੈਂਸ, ਯਾਤਰੀ ਦਸਤਾਵੇਜ਼ ਅਤੇ ਉਪਕਰਨਾਂ ਦੀ ਕਦਰ। ਇਸ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੰਚਾਰ ਦੀ ਇੰਪੋਰਟੈਂਸ ਬਾਰੇ। ਜਦੋਂ ਵੀ ਮਹਿਮਾਨਾਂ ਨੂੰ ਮਿਲਣਾ ਹੈ ਤਾਂ ਉਹਨਾਂ ਦਾ ਵੈਲਕਮ ਕਰਨ ਦੇ ਲਈ ਕਰਮਚਾਰੀਆਂ ਵਿੱਚ ਕਮਿਊਨੀਕੇਸ਼ਨ ਸਕਿੱਲ ਦਾ ਹੋਣਾ ਲਾਜ਼ਮੀ ਹੁੰਦਾ ਹੈ, ਕਿਉਂਕਿ ਅਕਸਰ ਅੱਛਾ ਬੋਲਣ ਦੇ ਨਾਲ ਅਸੀਂ ਗਾਹਕ ਨੂੰ ਪ੍ਰਭਾਵਿਤ ਕਰ ਸਕਦੇ ਹਾਂ ਅਤੇ ਉਹ ਸਾਡਾ ਵਫਾਦਾਰ ਗਾਹਕ ਬਣ ਸਕਦਾ ਹੈ। ਇਸ ਦੇ ਲਈ ਸਭ ਤੋਂ ਪਹਿਲਾਂ ਇਹ ਹੈ ਕਿ ਬੀ ਪੋਜ਼ੀਟਿਵ, ਸਕਾਰਾਤਮਕ ਬਣੋ। ਸਕਾਰਾਤਮਕ ਰਵੱਈਏ ਨੂੰ ਬਣਾਈ ਰੱਖਣਾ ਜ਼ਿੰਦਗੀ ਦੇ ਸਾਰੇ ਪਹਿਲੂਆਂ ਨੂੰ ਸਫਲਤਾਪੂਰਵਕ ਨਿਭਾਉਣਾ ਹੈ। ਜਦੋਂ ਦੂਜਿਆਂ ਨਾਲ ਪ੍ਰਭਾਵਸ਼ਾਲੀ ਸੰਚਾਰ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਹੀ ਸ਼ਬਦਾਂ ਦੀ ਵਰਤੋਂ ਕਰਕੇ ਵਧੀਆ ਨਤੀਜੇ ਪ੍ਰਾਪਤ ਕਰ ਸਕਦੇ ਹੋ। ਸਕਾਰਾਤਮਕ ਵਾਕ ਬਣਤਰ ਦੀ ਵਰਤੋਂ ਵਧੇਰੇ ਰੁਚੀ ਅਤੇ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਦੀ ਹੈ। ਸਕਾਰਾਤਮਕ ਬਿਆਨ ਨੂੰ ਸਮਝਣਾ ਅਤੇ ਸਵੀਕਾਰ ਕਰਨਾ ਸੌਖਾ ਹੈ। ਸਰਗਰਮੀ ਨਾਲ ਸੁਣੋ। ਸਰਗਰਮ ਸੁਣਨ ਦਾ ਮਤਲਬ ਹੈ ਸਪੀਕਰ ਨੂੰ ਪੂਰਾ ਧਿਆਨ ਦੇਣਾ ਅਤੇ ਸਮੇਂ ਦੇ ਨਾਲ ਅਤੇ ਉਚਿਤ ਢੰਗ ਦੇ ਨਾਲ ਜਵਾਬ ਦੇਣਾ ਜੋ ਉਹ ਕਹਿ ਰਹੇ ਹਨ।
ਵਿਅਕਤੀਗਤ ਤੌਰ 'ਤੇ ਵਿਅਕਤੀਗਤ ਸੰਚਾਰ ਵਿੱਚ ਤੁਸੀਂ ਹਮੇਸ਼ਾ ਅੱਖਾਂ ਦੇ ਸੰਪਰਕ ਦੇ ਜਾਦੂ 'ਤੇ ਭਰੋਸਾ ਕਰ ਸਕਦੇ ਹੋ। ਇੱਕ ਮੁਸਕਰਾਹਟ ਦੇ ਨਾਲ ਕਿਸੇ ਕਸਟਮਰ ਦਾ ਜਵਾਬ ਦੇਣਾ ਬਹੁਤ ਵਧੀਆ ਸਾਰਥਿਕ ਸਿੱਧ ਹੋ ਸਕਦਾ ਹੈ। ਦਖਲ ਅੰਦਾਜ਼ੀ ਤੋਂ ਬਚੋ। ਕੋਈ ਵੀ ਰੁਕਾਵਟ ਬਣਨਾ ਪਸੰਦ ਨਹੀਂ ਕਰਦਾ ਆਪਣੀ ਗੱਲਬਾਤ ਦੇ ਵਿੱਚ। ਅਸੀਂ ਸਾਰੇ ਬਚਪਨ ਤੋਂ ਹੀ ਜਾਣਦੇ ਹਾਂ ਕਿ ਕਿਸੇ ਵਿਅਕਤੀ ਦੇ ਬੋਲਣ ਵੇਲੇ ਉਸ ਨੂੰ ਰੋਕਣਾ ਰੁੱਖਾ ਹੁੰਦਾ ਹੈ। ਇਹ ਖਾਸ ਕਰ ਗੁੱਸੇ ਜਾਂ ਨਿਰਾਸ਼ ਲੋਕਾਂ ਦੇ ਮਾਮਲੇ ਵਿੱਚ ਹੋ ਸਕਦਾ ਹੈ। ਜੇ ਕਿਸੇ ਗਾਹਕ ਨੂੰ ਕੋਈ ਸ਼ਿਕਾਇਤ ਹੈ ਤਾਂ ਉਹਨਾਂ ਨੂੰ ਆਪਣਾ ਮੌਕਾ ਦੇਣਾ ਚਾਹੀਦਾ ਹੈ ਕਿ ਪਹਿਲਾਂ ਉਹ ਆਪਣਾ ਪੱਖ ਰੱਖ ਸਕਣ, ਉਹਨਾਂ ਵਿੱਚ ਰੁਕਾਵਟ ਨਾ ਪਾਓ। ਜਦੋਂ ਤੁਸੀਂ ਆਪਣੇ ਗਾਹਕ ਦੀ ਕਹਾਣੀ ਸੁਣਦੇ ਹੋ ਤੇ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋ, ਬਸ਼ਰਤੇ ਤੁਸੀਂ ਇੱਕ ਹੱਲ ਤੇਜ਼ੀ ਨਾਲ ਪ੍ਰਾਪਤ ਕਰੋਗੇ। ਆਪਣੇ ਗਾਹਕ ਦੀ ਸਹਾਇਤਾ ਕਰਦੇ ਹੋਏ ਉਸ ਨੂੰ ਆਪਣੀ ਗੱਲ ਕਹਿਣ ਦਾ ਪੂਰਾ ਮੌਕਾ ਦਿਓ। ਇੱਕ ਹੋਰ ਆਮ ਗਲਤੀ ਜੋ ਕਿ ਗਾਹਕ ਸੇਵਾ ਏਜੰਟ ਅਕਸਰ ਆਨਲਾਈਨ ਗੱਲਬਾਤ ਵਿੱਚ ਕਰਦੇ ਹਨ ਕਿ ਉਹਨਾਂ ਦੇ ਜਵਾਬਾਂ ਦੀ ਉਡੀਕ ਕੀਤੇ ਬਗੈਰ ਗਾਹਕਾਂ ਨੂੰ ਕਈ ਪ੍ਰਸ਼ਨ ਪੁੱਛਣਾ, ਗਾਹਕਾਂ ਨੂੰ ਪੜ੍ਹਨ ਨਾਲੋਂ ਪਹਿਲਾਂ ਤੋਂ ਲਿਖਤ ਸੁਨੇਹੇ ਤੇਜ਼ੀ ਨਾਲ ਭੇਜਣਾ। ਇਹ ਗੱਲਾਂ ਕਸਟਮਰ ਉੱਪਰ ਚੰਗਾ ਪ੍ਰਭਾਵ ਨਹੀਂ ਪਾਉਂਦੀਆਂ। ਪਹਿਲਾਂ ਉਹਨਾਂ ਨੂੰ ਸੁਣਨਾ ਚਾਹੀਦਾ ਹੈ, ਸਮਝਣਾ ਚਾਹੀਦਾ ਹੈ ਤੇ ਫਿਰ ਆਪਣੇ ਵਿਚਾਰ ਪੇਸ਼ ਕਰਨੇ ਚਾਹੀਦੇ ਹਨ। ਆਪਣੇ ਕਸਟਮਰ ਨੂੰ ਨਿਯਮਤ ਤੌਰ 'ਤੇ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਵਿਜ਼ੂਅਲ ਦੀ ਵਰਤੋਂ ਕਰਨਾ। ਸਕਰੀਨਸ਼ਾਟ, ਪਿਕਚਰ, ਚਾਰਟ, ਟੇਬਲ ਤੁਹਾਡੇ ਮੈਸੇਜ ਵਿੱਚ ਮਹੱਤਵਪੂਰਨ ਵਾਧਾ ਕਰ ਸਕਦੇ ਹਨ, ਖਾਸ ਕਰ ਜਦੋਂ ਤੁਸੀਂ ਤਕਨੀਕੀ ਸਹਾਇਤਾ ਪ੍ਰਦਾਨ ਕਰਨ ਦੀ ਗੱਲ ਕਰਦੇ ਹੋ। ਲੋਕਾਂ ਲਈ ਘੰਟਿਆਂ ਦੀ ਲਾਈਵ ਗੱਲਬਾਤ ਦੀ ਬਚਤ ਕਰ ਸਕਦੇ ਹੋ। ਤਕਨੀਕੀ ਤੌਰ 'ਤੇ ਤੁਸੀਂ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਸਮੇਂ ਦੀ ਬਚਤ ਵੀ ਕਰ ਸਕਦੇ ਹੋ ਅਤੇ ਆਪਣੇ ਵਿਚਾਰ ਜਾਂ ਆਪਣੀ ਜਾਣਕਾਰੀ ਨੂੰ ਬੜੇ ਹੀ ਵਧੀਆ ਢੰਗ ਦੇ ਨਾਲ ਆਪਣੇ ਕਸਟਮਰ ਤੱਕ ਪਹੁੰਚਾ ਸਕਦੇ ਹੋ। ਸੋ ਆਪਣੇ ਫਰਜ਼ਾਂ ਨੂੰ ਸਮਝੋ ਅਤੇ ਖੁੱਲ੍ਹੇ ਮਨ ਦੇ ਨਾਲ ਆਪਣੇ ਕਸਟਮਰ ਦੀ ਗੱਲ ਨੂੰ ਸੁਣੋ। ਸਮੱਸਿਆ ਜਿਹੜੀ ਹੈ ਉਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਸ ਦਾ ਹੱਲ ਕਰੋ। ਆਪਣੇ ਕਸਟਮਰ ਦੇ ਨਾਲ ਹਮਦਰਦੀ ਦੇ ਨਾਲ ਪੇਸ਼ ਆਓ ਅਤੇ ਉਸ ਨੂੰ ਭਰੋਸਾ ਦਿਵਾਓ ਕਿ ਤੁਸੀਂ ਉਸ ਦੀ ਪ੍ਰੋਬਲਮ ਨੂੰ ਜਲਦੀ ਸੋਲਵ ਕਰ ਸਕਦੇ ਹੋ। ਕਸਟਮਰ ਦੇ ਕੋਲੋਂ ਫੀਡਬੈਕ ਦੇ ਲਈ ਪੁੱਛੋ ਤਾਂ ਕਿ ਉਸ ਦੁਆਰਾ ਦਿੱਤੀ ਗਈ ਫੀਡਬੈਕ ਤੋਂ ਤੁਸੀਂ ਆਪਣੀਆਂ ਸੇਵਾਵਾਂ ਦਾ ਅੰਦਾਜ਼ਾ ਲਾ ਸਕੋ। ਮੀਟ ਐਂਡ ਗ੍ਰੀਟ ਸੇਵਾ ਪ੍ਰਦਾਨ ਕਰਨ ਦੇ ਕਈ ਤਰੀਕੇ ਹੋ ਸਕਦੇ ਹਨ ਜਿਨ੍ਹਾਂ ਦੇ ਨਾਲ ਅਸੀਂ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕਦੇ ਹਾਂ। ਆਪਣੇ ਪ੍ਰੋਡਕਟ ਨੂੰ ਸਮਝਣਾ। ਤੁਸੀਂ ਸਾਰਾ ਦਿਨ ਗਾਹਕਾਂ ਲਈ ਸਮੱਸਿਆਵਾਂ ਦਾ ਨਿਪਟਾਰਾ ਕਰਦੇ ਹੋ। ਇਸ ਦਾ ਮਤਲਬ ਹੈ ਕਿ ਤੁਹਾਨੂੰ ਉਤਪਾਦ ਮਾਹਰ ਬਣਨ ਦੀ ਜ਼ਰੂਰਤ ਹੈ। ਤੁਹਾਡੇ ਉਤਪਾਦ ਦਾ ਵਿਸ਼ਾਲ ਗਿਆਨ ਗਾਹਕ ਸੇਵਾ ਦਾ ਇੱਕ ਜ਼ਰੂਰੀ ਹੁਨਰ ਹੈ। ਤੁਹਾਨੂੰ ਆਪਣੇ ਉਤਪਾਦ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ, ਵਿਸ਼ੇਸ਼ਤਾਵਾਂ ਬਾਰੇ ਵਿਚਾਰ ਵਟਾਂਦਰੇ ਕਰਨ ਅਤੇ ਮਾਮਲਿਆਂ ਦੀ ਸੂਝ-ਬੂਝ ਨਾਲ ਵਰਤੋਂ ਕਰਨ ਦੇ ਯੋਗ ਹੋਣਾ ਚਾਹੀਦਾ ਹੈ। ਗਾਹਕਾਂ ਨੂੰ ਦਿਖਾਉਣਾ ਕਿ ਉਤਪਾਦ ਉਹਨਾਂ ਨੂੰ ਕਿਵੇਂ ਲਾਭ ਪਹੁੰਚਾ ਸਕਦਾ ਹੈ। ਰਚਨਾਤਮਕ ਤੌਰ 'ਤੇ ਸਮੱਸਿਆਵਾਂ ਦਾ ਹੱਲ ਕਰਨ ਦੇ ਯੋਗ ਬਣਨਾ ਚਾਹੀਦਾ ਹੈ। ਜਲਦੀ ਜਵਾਬ ਦੇਣਾ ਚਾਹੀਦਾ ਹੈ। 66% ਲੋਕ ਮੰਨਦੇ ਹਨ ਕਿ ਕਿਸੇ ਵੀ ਆਨਲਾਈਨ ਗਾਹਕ ਦੇ ਤਜਰਬੇ ਵਿੱਚ ਉਹਨਾਂ ਦੇ ਸਮੇਂ ਦੀ ਕਦਰ ਕਰਨੀ ਸਭ ਤੋਂ ਮਹੱਤਵਪੂਰਨ ਚੀਜ਼ ਹੈ। ਗਾਹਕ ਦੇ ਪ੍ਰਸ਼ਨਾਂ ਨੂੰ ਜਿੰਨੀ ਜਲਦੀ ਹੋ ਸਕੇ ਹੱਲ ਕਰਨਾ ਚੰਗੀ ਗਾਹਕ ਸੇਵਾ ਦਾ ਆਧਾਰ ਹੈ। ਤੁਹਾਡਾ ਚੰਗਾ ਡਰੈਸਅਪ ਹੋਣਾ ਚਾਹੀਦਾ ਹੈ। ਮਹਿਮਾਨ ਵਿਚਾਲੇ ਹਲਕੇ ਰੰਗਾਂ ਵਾਲਾ ਇਕਸਾਰ ਡਰੈਸ ਕੋਡ ਹੋਣਾ ਚਾਹੀਦਾ ਹੈ ਕਿਉਂਕਿ ਇਹ ਪੋਜ਼ਿਟਿਵ ਥਿੰਕਿੰਗ ਪੈਦਾ ਕਰਦਾ ਹੈ।
ਹਮੇਸ਼ਾ ਗੈਸਟ ਦਾ ਮੁਸਕਰਾਹਟ ਨਾਲ ਸਵਾਗਤ ਕਰਨਾ ਚਾਹੀਦਾ ਹੈ। ਇਹ ਬਹੁਤ ਹੀ ਇੰਪੋਰਟੈਂਟ ਹੈ। ਹੌਸਪਿਟੈਲਿਟੀ ਇੰਡਸਟਰੀ ਵਿੱਚ ਮਹਿਮਾਨਾਂ ਨਾਲ ਅੱਖਾਂ ਦਾ ਸੰਪਰਕ ਬਣਾ ਕੇ ਚਿਹਰੇ 'ਤੇ ਸਮਾਈਲ ਲਿਆ ਕੇ ਉਹਨਾਂ ਦਾ ਵੈਲਕਮ ਕਰਨਾ ਚਾਹੀਦਾ ਹੈ। ਮੁਸਕਰਾਹਟ ਗੈਸਟ ਨੂੰ ਆਰਾਮਦਾਇਕ ਮਹਿਸੂਸ ਕਰਾਏਗੀ। ਗੈਸਟ ਆਪਣੇ ਆਪ ਨੂੰ ਆਪਣਿਆਂ ਵਿੱਚ ਵਿਚਰਦਾ ਹੋਇਆ ਮਹਿਸੂਸ ਕਰੇਗਾ। ਹੋਟਲ ਵਿੱਚ ਵੱਖਰੇ ਗ੍ਰੀਟਿੰਗ ਬਣਾਏ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਹੋਟਲ ਸੈਰ ਸਪਾਟਾ ਸਥਾਨ 'ਤੇ ਸਥਿਤ ਹੈ ਅਤੇ ਲੋਕ ਛੁੱਟੀਆਂ ਬਿਤਾਉਣ ਲਈ ਬਾਹਰੋਂ ਆਉਂਦੇ ਹਨ, ਜੇ ਤੁਹਾਡੀਆਂ ਸੇਵਾਵਾਂ ਸਧਾਰਨ ਅਤੇ ਚੰਗੀਆਂ ਹੁੰਦੀਆਂ ਹਨ ਤਾਂ ਅਜਿਹੇ ਹੋਟਲ ਵਿੱਚ ਠਹਿਰਨਾ ਤੁਹਾਡੇ ਲਈ ਚੰਗਾ ਅਨੁਭਵ ਸਾਬਤ ਹੋ ਸਕਦਾ ਹੈ। ਤੁਸੀਂ ਇਸ ਨੂੰ ਹਮੇਸ਼ਾ ਯਾਦ ਰੱਖ ਸਕਦੇ ਹੋ। ਮਹਿਮਾਨਾਂ ਨੂੰ ਅਸਾਧਾਰਨ ਅਤੇ ਕਲਾਸਿਕ ਪ੍ਰਵੇਸ਼ ਦੀ ਪੇਸ਼ਕਸ਼ ਹੁੰਦੀ ਹੈ। ਤੁਹਾਨੂੰ ਗੈਸਟ ਨੂੰ ਤਰਜੀਹ ਦੇਣੀ ਚਾਹੀਦੀ ਹੈ। ਆਪਣੇ ਬਾਕੀ ਸਾਰੇ ਕੰਮ ਇੱਕ ਪਾਸੇ ਛੱਡ ਕੇ ਉਸ ਦੀ ਬੁਕਿੰਗ ਬਾਰੇ ਪੁੱਛਗਿੱਛ ਕਰੋਗੇ, ਕਮਰੇ ਨਿਰਧਾਰਿਤ ਕਰੋਗੇ, ਸਮਾਨ ਉਹਨਾਂ ਦੇ ਕਮਰਿਆਂ ਵਿੱਚ ਲਿਜਾਣ ਵਿੱਚ ਹੈਲਪ ਕਰੋਗੇ, ਉਹਨਾਂ ਨੂੰ ਘਰ ਵਰਗਾ ਮਾਹੌਲ ਦੇਣ ਵਿੱਚ ਹੈਲਪ ਕਰੋਗੇ। ਗੈਸਟ ਨੂੰ ਯਾਤਰਾ ਨਾਲ ਜੁੜੇ ਪ੍ਰਸ਼ਨਾਂ ਜਾਂ ਅਨੁਭਵਾਂ ਬਾਰੇ ਪੁੱਛੋਗੇ। ਜਦੋਂ ਮਹਿਮਾਨ ਆਉਂਦਾ ਹੈ ਤਾਂ ਅਸੀਂ ਅਕਸਰ ਬੁਕਿੰਗ ਅਤੇ ਦਸਤਾਵੇਜ਼ ਮੰਗਦੇ ਹਾਂ। ਉਹਨਾਂ ਕੋਲੋਂ ਦਸਤਾਵੇਜ਼ ਲੈਣ ਅਤੇ ਕਮਰੇ ਨੂੰ ਅਲਾਟ ਕਰਨ ਵਿਚਕਾਰ ਉਹ ਸਮਾਂ ਹੁੰਦਾ ਹੈ ਜਿਸ ਦੀ ਤੁਹਾਨੂੰ ਗੈਸਟ ਨਾਲ ਰਿਸ਼ਤਾ ਬਣਾਉਣ ਵਿੱਚ ਹੈਲਪ ਹੁੰਦੀ ਹੈ। ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ ਉਹਨਾਂ ਦੀ ਯਾਤਰਾ ਕਿਵੇਂ ਦੀ ਸੀ। ਤੁਸੀਂ ਉਹਨਾਂ ਨੂੰ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਬਾਰੇ ਜਾਣਕਾਰੀ ਦੇ ਸਕਦੇ ਹੋ ਜੋ ਤੁਸੀਂ ਪੇਸ਼ ਕਰਨੀਆਂ ਹਨ ਜਾਂ ਜਿਨ੍ਹਾਂ ਦੀ ਗੈਸਟ ਨੂੰ ਜ਼ਰੂਰਤ ਹੋ ਸਕਦੀ ਹੈ। ਇਹ ਹੋਟਲ ਮਹਿਮਾਨਾਂ ਵਿੱਚ ਚੰਗਾ ਪ੍ਰਭਾਵ ਬਣਾ ਸਕਦਾ ਹੈ। ਅਸਲ ਵਿੱਚ ਹੌਸਪਿਟੈਲਿਟੀ ਇੰਡਸਟਰੀ ਅਣਜਾਣ ਲੋਕਾਂ ਦੀ ਸੇਵਾ 'ਤੇ ਆਧਾਰਿਤ ਹੈ। ਭਾਵ ਕਿ ਜਿਹੜਾ ਕਰਮਚਾਰੀ ਹੈ ਉਸ ਨੂੰ ਆਪਣੇ ਪ੍ਰੋਡਕਟ ਦੀ ਸਹੀ ਸੂਝ-ਬੂਝ ਹੋਏਗੀ ਤਾਂ ਹੀ ਉਹ ਆਪਣੇ ਕਸਟਮਰ ਨੂੰ ਇਸ ਬਾਰੇ ਜਾਣਕਾਰੀ ਦੇ ਸਕਦਾ ਹੈ। ਕੋਈ ਵੀ ਸਮੱਸਿਆ ਆਉਣ 'ਤੇ ਕਰਮਚਾਰੀ ਨੂੰ ਘਬਰਾਉਣਾ ਨਹੀਂ ਚਾਹੀਦਾ, ਬਲਕਿ ਬੜੇ ਹੀ ਸਿਆਸ ਦੇ ਨਾਲ, ਰਚਨਾਤਮਕ ਤਰੀਕੇ ਦੇ ਨਾਲ ਸਮੱਸਿਆਵਾਂ ਨੂੰ ਹੱਲ ਕਰਨਾ ਚਾਹੀਦਾ ਹੈ ਅਤੇ ਬਹੁਤ ਜਲਦੀ ਸਮੇਂ ਦੇ ਵਿੱਚ ਉਹਨੂੰ ਆਪਣੇ ਕਸਟਮਰ ਦੀਆਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਹੈ। ਖਾਸ ਕਰਕੇ ਉਦੋਂ ਜਦੋਂ ਕਿ ਉਹ ਟੈਲੀਫੋਨ ਲਾਈਨ 'ਤੇ ਹੋਵੇ, ਕਿਉਂਕਿ ਸਮੇਂ ਨੂੰ ਜ਼ਿਆਦਾ ਲੈਣਾ ਜਿਹੜਾ ਹੈ ਉਹ ਕਸਟਮਰ ਨੂੰ ਬੋਰੀਅਤ ਕਰ ਸਕਦਾ ਹੈ। ਕਰਮਚਾਰੀਆਂ ਦਾ ਡਰੈਸ ਕੋਡ ਵੀ ਵਧੀਆ ਹੋਣਾ ਚਾਹੀਦਾ ਹੈ। ਇੱਕ ਹੀ ਤਰ੍ਹਾਂ ਦੇ ਡਰੈਸ ਕੋਡ ਦੇ ਨਾਲ ਕਰਮਚਾਰੀਆਂ ਦੇ ਵਿੱਚ ਜਿਹੜੀ ਊਚ ਨੀਚ ਦੀ ਭਾਵਨਾ ਹੈ ਉਹ ਨਹੀਂ ਆਉਂਦੀ ਅਤੇ ਉਹ ਬਿਲਕੁਲ ਹੀ ਪੋਜ਼ੀਟਿਵ ਵੇ ਦੇ ਨਾਲ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ ਅਤੇ ਉਹਨਾਂ ਦੇ ਚਿਹਰੇ 'ਤੇ ਸਮਾਈਲ ਲਾਜ਼ਮੀ ਹੋਣੀ ਚਾਹੀਦੀ ਹੈ ਤਾਂ ਕਿ ਕਸਟਮਰ ਉਹਨਾਂ ਨੂੰ ਦੇਖਦਿਆਂ ਹੀ ਉਹਨਾਂ ਵੱਲ ਆਕਰਸ਼ਿਤ ਹੋ ਸਕੇ। ਕਸਟਮਰ ਦੇ ਨਾਲ ਇੱਕ ਨਿੱਜੀ ਸਾਂਝ ਬਣਾ ਕੇ ਉਸ ਨੂੰ ਯਾਤਰਾ ਬਾਰੇ ਕਈ ਤਰ੍ਹਾਂ ਦੇ ਕੁਐਸਚਨ ਪੁੱਛ ਸਕਦੇ ਹਨ ਅਤੇ ਨਾਲ ਹੀ ਅਨੁਭਵ ਜਿਹੜੇ ਹੈ ਉਹ ਗੇਨ ਕਰ ਸਕਦੇ ਹਨ। ਹੋਟਲ ਇੱਕ ਅਜਿਹੀ ਪਲੇਸ ਹੈ ਜਿੱਥੇ ਤੁਹਾਨੂੰ ਹਰ ਰੋਜ਼ ਕਈ ਮਹਿਮਾਨਾਂ ਨਾਲ ਮਿਲਣਾ ਪੈਂਦਾ ਹੈ। ਮਹਿਮਾਨਾਂ ਨਾਲ ਮੁਲਾਕਾਤ ਇੱਕ ਕਲਾ ਹੈ। ਫਿਰ ਵੀ ਨਿਯਮਾਂ ਦੀ ਪਾਲਣਾ ਕਰਦਿਆਂ ਹੋਇਆਂ ਮਹਿਮਾਨਾਂ ਦਾ ਗਰਮਜੋਸ਼ੀ ਨਾਲ ਸਵਾਗਤ ਕਰਨਾ ਜ਼ਰੂਰੀ ਹੈ। ਗੈਸਟ ਦੀਆਂ ਜ਼ਰੂਰਤਾਂ ਅਨੁਸਾਰ ਕੰਮ ਦੀ ਪਹਿਚਾਣ ਅਤੇ ਤਿਆਰੀ ਕਰਨੀ ਚਾਹੀਦੀ ਹੈ। ਲੋੜੀਂਦੀ ਮੰਜ਼ਿਲ 'ਤੇ ਤਬਦੀਲ ਕਰਨਾ ਚਾਹੀਦਾ ਹੈ। ਉਹਨਾਂ ਦੀਆਂ ਸ਼ਿਕਾਇਤਾਂ ਅਤੇ ਪ੍ਰਸ਼ਨਾਂ ਦਾ ਹੱਲ ਕਰਨਾ ਅਤੇ ਬਿੱਲਾਂ ਦਾ ਨਿਪਟਾਰਾ ਸਹੀ ਸਮੇਂ 'ਤੇ ਕਰਨਾ ਚਾਹੀਦਾ ਹੈ। ਯਾਤਰੀ ਕਈ ਕਾਰਨਾਂ ਕਰਕੇ ਇੱਕ ਕਾਰੋਬਾਰੀ ਮਾਹੌਲ ਵਿੱਚ ਆਉਂਦੇ ਹਨ। ਉਹ ਗਾਹਕ, ਨੁਮਾਇੰਦੇ, ਸਪਲਾਇਰ, ਕਾਰੋਬਾਰੀ, ਭਾਈਵਾਲ, ਵੱਖ-ਵੱਖ ਵਿਭਾਗਾਂ, ਖੇਤਰਾਂ, ਸੰਸਥਾਵਾਂ ਦੇ ਲੋਕ ਆਦਿ ਹੋ ਸਕਦੇ ਹਨ। ਗੈਸਟ ਨੂੰ ਕੋਡਾਂ ਸਮੇਤ ਸਹੀ ਐਡਰੈਸ ਪ੍ਰਦਾਨ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਨੂੰ ਪਾਰਕਿੰਗ ਸੁਵਿਧਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਪਾਰਕਿੰਗ ਸੁਵਿਧਾ ਇੱਕ ਨਿਸ਼ਚਿਤ ਦੂਰੀ ਦੇ ਅੰਦਰ ਅੰਦਰ ਹੀ ਦੇਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਕੋਈ ਮੁਸ਼ਕਿਲ ਨਾ ਆਵੇ। ਸੋ ਇਹ ਸੀ ਸਾਡਾ ਅੱਜ ਦਾ ਟੌਪਿਕ, ਪ੍ਰਪੇਅਰ ਫॉर ਪ੍ਰੋਵਾਈਡਿੰਗ ਮੀਟ ਐਂਡ ਗ੍ਰੀਟ ਸਰਵਿਸਿਜ਼। ਭਾਵ ਇੱਕ ਰੈਸਟੋਰੈਂਟ ਜਾਂ ਹੋਟਲ ਵਿੱਚ ਆਉਣ ਵਾਲੇ ਕਸਟਮਰ ਜਾਂ ਗੈਸਟ ਨੂੰ ਕਿਸ ਤਰੀਕੇ ਦੇ ਨਾਲ ਸਰਵਿਸ ਦੇਣੀਆਂ ਨੇ, ਉਹਨਾਂ ਦੀ ਪਹਿਲਾਂ ਤੋਂ ਹੀ ਤਿਆਰੀ ਕਿਸ ਤਰੀਕੇ ਦੇ ਨਾਲ ਕਰਨੀ ਹੈ ਕਿ ਆਪਣੇ ਕੰਮਾਂ ਨੂੰ ਜਿਹੜਾ ਹੈਗਾ ਕਿਵੇਂ ਵੰਡ ਲੈਣਾ ਹੈ ਇੱਕ ਟਾਈਮ ਟੇਬਲ ਦੇ ਅਕੋਰਡਿੰਗ, ਕਿਉਂਕਿ ਇਸ ਦੇ ਨਾਲ ਜਿਹੜੀ ਹੈ ਸਮੇਂ ਦੀ ਬਚਤ ਹੁੰਦੀ ਹੈ ਅਤੇ ਹਰੇਕ ਕਰਮਚਾਰੀ ਨੂੰ ਉਸ ਦੇ ਕੰਮ ਦਾ ਪਹਿਲਾਂ ਹੀ ਪਤਾ ਹੁੰਦਾ ਹੈ। ਸੋ ਅਗਰ ਤਰਤੀਬਵਾਰ ਤਰੀਕੇ ਦੇ ਨਾਲ ਕਰਮਚਾਰੀਆਂ ਵਿੱਚ ਕੰਮ ਵੰਡਿਆ ਜਾਵੇਗਾ ਤਾਂ ਇਸ ਦੇ ਨਾਲ ਜਿਹੜਾ ਕਸਟਮਰ ਆਉਂਦਾ ਹੈ ਉਸ ਦਾ ਵੀ ਕਰਮਚਾਰੀ ਬੜੇ ਅੱਛੇ ਤਰੀਕੇ ਦੇ ਨਾਲ ਸਵਾਗਤ ਕਰ ਸਕਦੇ ਹਨ ਬਿਨਾਂ ਕਿਸੇ ਬੋਝ ਤੋਂ। ਕਸਟਮਰ ਵੀ ਇੱਕ ਸੁਖਾਵੇਂ ਮਾਹੌਲ ਵਿੱਚ ਆ ਕੇ ਵਧੀਆ ਸੇਵਾਵਾਂ ਦੀ ਪ੍ਰਾਪਤੀ ਕਰ ਸਕਦਾ ਹੈ। ਸੋ ਉਮੀਦ ਕਰਦੀ ਹਾਂ ਕਿ ਅੱਜ ਦਾ ਟੌਪਿਕ ਹੈ ਜੋ ਸਾਰੇ ਸਟੂਡੈਂਟਸ ਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਸਮਝ ਆਇਆ ਹੋਵੇਗਾ। ਸੋ ਥੈਂਕ ਯੂ ਵੈਰੀ ਮੱਚ।